पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो, गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 20 ਪੋ ਸੰਮਤ 552 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 3 ਜਨਵਰੀ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ
ਗਰੀਬ ਨਿਵਾਜ। ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਾ ਕੇਤ, ਜਿਨ ਦੁਖ ਕਾ ਕਾਟਾ ਕੇਤ, ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ। ਮੇਰਾ ਸਤਿਗੁਰ ਮੇਰਾ ਸਦਾ ਸਹਾਈ, ਮੇਰਾ ਸਤਿਗੁਰ ਮੇਰਾ ਸਦਾ ਸਹਾਈ। ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ। ਮੇਰਾ ਲਾਗੋ ਰਾਮ ਸਿਉ ਹੇਤ, ਮੇਰਾ ਲਾਗੋ ਰਾਮ ਸਿਉ ਹੇਤ, ਮੇਰਾ ਲਾਗੋ ਰਾਮ ਸਿਉ ਹੇਤ, ਮੇਰਾ ਲਾਗੋ ਰਾਮ ਸੋਹੇਤ, ਮੇਰਾ ਲਾਗੋ ਰਾਮ ਸੋਹੇਤ, ਮੇਰਾ ਲਾਗੋ ਰਾਮ ਸਿਉ ਹੇਤ, ਲਾਗੋ ਰਾਮ ਸਿਉ ਹੇਤ, ਲਾਗੋ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ, ਸਤਿਗੁਰ ਮੇਰਾ ਸਦਾ ਸਹਾਈ। ਹਾਥ ਦੇ ਰਾਖਿਓ ਆਪਣਾ ਕਰ, ਹਾਥ ਦੇ ਰਾਖਿਓ ਆਪਣਾ ਕਰ, ਹਾਥ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ, ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਪਾਏ ਕੀਨੇ, ਨਿੰਦਕ ਕੇ ਮੁਖ ਪਾਲੇ ਕੀਨੇ, ਜਨ ਕਾਪ ਸਹਾਈ,
ਨਾਨਕਾ ਸਹਾਇ ਸਤਿਗੁਰ ਮੇਰਾ ਸਦਾ ਸਹਾਇ ਸਤਿਗੁਰ ਮੇਰਾ ਸਦਾ ਸਹਾਇ ਸੱਚਾ ਸਾਹਿਬ ਹੋਆ ਰਖਵਾਲਾ ਸਾਚਾ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲਿਏ ਕੰਠ ਲਾਇ ਸਾਚਾ ਸਾਹਿਬ ਹੋਆ ਰਖਵਾਲਾ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲਿਏ ਕੰਠ ਲਾਇ ਰਾਖ ਲਿਏ ਕੰਠ ਲਾਇ ਨਿਰਭਉ ਭਏ ਸਦਾ ਸੁਖ ਮਾਣੈ 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 ਨਿਰਭਉ ਭਏ ਸਦਾ 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 ਸੁਖ ਮਾਣੈ ਸਦਾ ਸੁਖ ਸਦਾ ਸਦਾ ਸੁਖ ਸਦਾ ਸਦਾ ਨਿਰਭਉ ਭਏ ਸਦਾ ਸੁਖ ਮਾਣੈ ਨਿਰਭਉ ਭਏ ਸਦਾ ਸੁਖ ਮਾਣੈ ਨਿਰਭਉ ਭਏ ਸਦਾ ਸੁਖ ਮਾਣੈ ਨਾਨਕ ਹਰ ਗੁਣ ਗਾਏ ਨਾਨਕ ਹਰ ਗੁਣ ਗਾਏ ਸਤਿਗੁਰ ਮੇਰਾ ਸਦਾ ਸਹਾਇ ਸਤਿਗੁਰ ਮੇਰਾ ਸਦਾ ਸਹਾਇ ਜਿਨ ਦੁਖ ਕਾ ਕਾਟਿਆ ਕੇਤ ਜਿਨ ਦੁਖ ਕਾ ਕਾਟਿਆ ਕੇਤ ਸਤਿਗੁਰ ਮੇਰਾ ਸਤਿਗੁਰ ਮੇਰਾ ਸਤਿਗੁਰ ਮੇਰਾ ਸਦਾ ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਈ ਸਦ ਹੀ ਸੰਗੇ ਆਨ ਦਿਨ ਗੁਰ ਮਿਲ ਗਾਏ। ਮੀਤਾ ਐਸੀ ਹਰ ਜੀਉ ਪਾਏ ਛੋੜ ਨ ਜਾਈ ਸਦ ਹੀ ਸੰਗੀ ਆਨ ਦਿਨ ਗੁਰ ਮਿਲ ਗਾਏ। ਰਹਾਉ ਮਿਲਿਓ ਮਨੋਹਰ ਸਰਬ ਸੁਖੈ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗਨ ਕਤਹੁ ਜਾਏ। ਅਨਕ ਅਨਕ ਭਾਤ ਬਹੁ ਪੇਖੀ ਪ੍ਰਿਆ ਰੋਮ ਨਾ ਸਮਸਰ ਲਾਈ। ਮੰਦਰ ਭਾਗ ਸੋਭ ਦੁਆਰਾ ਅਨਹਤ ਰੋਣ ਝੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਗ੍ਰਹਿ ਪ੍ਰਿਆ ਥੀਤੀ ਸਦ ਥਾਏ। ਮੰਦਰ ਭਾਗ ਸੋਭ ਦੁਆਰਾ ਅਨਹਤ ਰੋਣ ਝੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਆ ਥੀਤੇ ਸਦ ਥਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਈ ਸਦ ਹੀ ਸੰਗੇ ਆਨ ਦਿਨ ਗੁਰ ਮਿਲ ਗਾਏ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਮੈਂ ਅਜਿਹੇ ਮਿੱਤਰ ਪ੍ਰਭੂ ਜੀ ਲੱਭ ਲਏ ਨੇ ਜੋ ਮੈਨੂੰ ਛੱਡ ਕੇ ਨਹੀਂ ਜਾਂਦੇ, ਸਦਾ ਮੇਰੇ ਨਾਲ ਰਹਿੰਦੇ ਨੇ। ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਹਨਾਂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾ ਰਹੇ ਨੇ, ਹੇ ਭਾਈ, ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ। ਮੈਨੂੰ ਛੱਡ ਕੇ ਉਹ ਹੋਰ ਕਿਤੇ ਵੀ ਨਹੀਂ ਜਾਂਦਾ। ਸੁੱਖਾਂ ਦੇ ਇਕਰਾਰ ਕਰਨ ਵਾਲੇ ਹੋਰ ਬਥੇਰੇ ਅਨੇਕਾਂ ਕਿਸਮ ਦੇ ਵਿਅਕਤੀ ਵੇਖ ਲਏ ਨੇ, ਪਰ ਕੋਈ ਵੀ ਪਿਆਰੇ ਪ੍ਰਭੂ ਦੇ ਵੱਲ ਦੇ ਇੱਕ ਬਾਲ ਦੇ ਬਰਾਬਰ ਵੀ ਨਹੀਂ ਹੈ। ਹੇ ਨਾਨਕ, ਜਿਸ ਜੀਵ ਦੇ ਹਿਰਦੇ ਘਰ ਵਿੱਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਨੇ,
ਉਹ ਸਦਾ ਆਤਮਿਕ ਆਨੰਦ ਮਾਣਦਾ ਹੈ। ਉਸ ਦੇ ਹਿਰਦੇ ਘਰ ਵਿੱਚ ਭਾਗ ਜਾਗ ਪੈਂਦੇ ਨੇ। ਉਸ ਦੇ ਹਿਰਦੇ ਦੇ ਵਿੱਚ ਇੱਕ ਰਸ ਧੀਮਾ ਧੀਮਾ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ ਤੇ ਉਸ ਨੂੰ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਰਾਗ ਦੇਵ ਗੰਧਾਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 533 ਅੰਗ ਤੇ ਸੁਸ਼ੋਭਿਤ ਹੈ। ਤੇ ਆਓ ਇੱਕ ਸ਼ਬਦ ਸਰਵਨ ਕਰਦੇ ਹਾਂ ਰਾਗ ਸੂਹੀ ਦੇ ਵਿੱਚ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਸੁਣੀ ਜੈ ਬਾਏ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਸੁਣੀ ਜੈ ਪਾਏ। ਜੇ ਕੋ ਬਹਿ ਅਲਾਏ ਜੇ ਕੋ ਬਹਿ ਅਲਾਏ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਸੁਣੀ ਜੈ ਪਾਏ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ। ਜੋਗੀ ਹੋਵੇ ਜੋਗਵੇਂ ਜੋਗੀ ਹੋਵੇ ਜੋਗਵੇਂ ਭੋਗੀ ਹੋਵੇ ਕਾਏ। ਤਪਿਆ ਹੋਵੇ ਤਪ ਕਰੇ ਤਪਿਆ ਹੋਵੇ ਤਪ ਕਰੇ। ਤੀਰਥ ਮਲ ਮਲ ਨਾਏ। ਤੀਰਥ ਮਲ ਮਲ ਨਾਏ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਸੁਣੀ ਜੈ ਪਾਏ। ਜੇ ਕੋ ਬਹਿ ਅਲਾਏ ਜੇ ਕੋ ਬਹਿ ਅਲਾਏ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਸੁਣੀ ਜੈ ਪਾਏ। ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ ਤੇਰਾ ਸਦੜਾ।
ਅੱਗੇ ਪੁੱਛ ਨਾ ਹੋਵਈ, ਜਿਸਣ ਨਿਸਾਣੇ ਜਾਏ। ਜਿਸਣ ਨਿਸਾਣੇ ਜਾਏ, ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ ਸੁਣੀ ਜੈ ਭਾਈ। ਜੇ ਕੋ ਬਹਿ ਅਲਾਏ, ਜੇ ਕੋ ਬਹਿ ਅਲਾਏ, ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ ਸੁਣੀ ਜੈ ਭਾਈ। ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ। ਤੈਸੋ ਜੈਸਾ ਕਾਢੀਐ, ਤੈਸੋ ਜੈਸਾ ਕਾਢੀਐ, ਜੈਸੀ ਘਰ ਕਮਾਏ। ਜੋ ਦਮ ਚਿਤ ਨਾ ਆਵਈ, ਜੋ ਦਮ ਚਿਤ ਨਾ ਆਵਈ, ਸੋ ਦਮ ਬਿਰਤਾ ਜਾਏ। ਸੋ ਦਮ ਬਿਰਥਾ ਜਾਏ। ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ ਸੁਣੀ ਜੈ ਭਾਈ। ਜੇ ਕੋ ਬਹਿ ਅਲਾਏ, ਜੇ ਕੋ ਬਹਿ ਅਲਾਏ, ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ ਸੁਣੀ ਜੈ ਭਾਈ। ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ, ਤੇਰਾ ਸੱਦਣਾ। ਇਹ ਤਨ ਵੇਚੀ ਬੈ ਕਰੀ, ਇਹ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਏ। ਨਾਨਕ ਕਮ ਨਾ ਆਵਈ, ਨਾਨਕ ਕਮ ਨਾ ਆਵਈ, ਆਵਈ ਨਾ ਆਵਈ। ਨਾਨਕ ਕਮ ਨਾ ਆਵਈ, ਨਾਨਕ ਕਮ ਨਾ ਆਵਈ। ਜਿਤ ਤਨ ਨਹੀਂ ਸੱਚਾ
ਸੱਚਾ ਨਾਮ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਸੁਣੀ ਜੈ ਭਾਏ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਸੁਣੀ ਜੈ ਭਾਏ ਜੇ ਕੋ ਬਹਿ ਅਲਾਏ ਜੇ ਕੋ ਬਹਿ ਅਲਾਏ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਸੁਣੀ ਜੈ ਭਾਏ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ ਤੇਰਾ ਸਤਿੜਾ। ਹਾਂਜੀ, ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਹੁਣ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਰਾਗ ਦੇਵ ਗੰਧਾਰੀ 5th ਮਹਿਲ 3rd ਹਾਊਸ One universal Creator God by the grace of the true Guru. O friend, such is the dear Lord whom I have obtained. He does not leave me, and he always keeps me company. Meeting the Guru night and day, I sing his praises. Pause. I met the fascinating Lord who has blessed me with all comforts. He does not leave me to go anywhere else. I have seen the mortals of many and various types, but they are not equal to even a hair of my beloved. His palace is so beautiful, his gate is so wonderful, the celestial melody of the sound current resounds there. Says Nanak, I enjoy eternal bliss. I have obtained a permanent place in the home of my beloved. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਰਾਗ ਦੇਵ ਗੰਧਾਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 533 ਅੰਗ ਤੇ ਸੁਸ਼ੋਭਿਤ ਹੈ। ਆਓ ਇੱਕ ਹੋਰ ਸ਼ਬਦ ਰਾਗ ਸਾਰੰਗ ਦੇ ਵਿੱਚ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਬੀਬੀ ਗੁਰਪ੍ਰੀਤ ਕੌਰ ਜੀ ਤੇ ਉਹਨਾਂ ਦੇ ਸਾਥੀਆਂ ਨੇ। हर बिन तेरो को ना सहाय, हर बिन तेरो को ना सहाय, हर बिन तेरो को ना सहाय। काकी मात काकी
रहना हर बिन तेरो को ना सहाय हर बिन तेरो को ना सहाय हर बिन तेरो को ना सहाय काकी मात काकी मात पिता सुत बनिता को कहो को भाई हर बिन तेरो को ना सहाय हर बिन तेरो को ना सहाय हर बिन तेरो तेरो को सहाय हर बिन तेरो को सहाय हर बिन तेरो को ना सहाय हर बिन तेरो हर बिन तेरो को ना सहाय तेरो को ना सहाय को ना सहाय तेरो को ना सहाय को ना सहाय तेरो को हर बिन सहाय को ना तेरो को ਹਾਂਜੀ, ਇਹ ਸਨ ਬੀਬੀ ਗੁਰਪ੍ਰੀਤ ਕੌਰ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ ਰਾਗ ਸਾਰੰਗ ਦੇ ਵਿੱਚ। ਤੇ ਅਗਰ ਆਪ ਜੀ ਨੇ ਹੁਣੇ-ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਤੇ ਇਸ ਦੇ ਨਾਲ ਹੀ ਜਿਹੜਾ ਅੰਗਰੇਜ਼ੀ ਕੈਲੰਡਰ 2021 ਸ਼ੁਰੂ ਹੋਇਆ ਹੈ ਸਾਲ, ਉਸ ਨਵੇਂ ਸਾਲ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਜਦੋਂ ਵੀ ਨਵਾਂ ਸਾਲ ਸ਼ੁਰੂ ਹੁੰਦਾ ਹੈ, ਆਮ ਸਾਡਾ ਧਿਆਨ ਹੁੰਦਾ ਹੈ ਕਿ ਕਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਮਨਾਇਆ ਜਾਣਾ ਹੈ। ਕੁਝ ਸਾਲਾਂ ਦੇ ਲਈ ਜਿਹੜੀ ਤਰੀਕ 5 ਜਨਵਰੀ ਆਉਂਦੀ ਰਹੀ। ਪਿਛਲੇ ਸਾਲ ਜੇ ਮੈਂ ਗਲਤ ਨਹੀਂ ਤਾਂ 2 ਜਨਵਰੀ ਨੂੰ ਸੀ। ਤੇ ਜਦੋਂ ਇਸ ਵਾਰ ਮੈਂ ਦੇਖਿਆ, ਮੈਂ ਹੈਰਾਨ ਰਹਿ ਗਿਆ। ਇਸ ਸਾਲ ਦੀ ਤਰੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਦੇ ਵਿੱਚ 20 ਜਨਵਰੀ ਜਿਹੜੀ ਲਿਖੀ ਹੈ। ਤੇ ਬਹੁਤ ਹੀ ਜਿਹੜਾ ਹੈ ਇਸ ਚੀਜ਼ ਦਾ ਜਿਹੜਾ ਹੈ ਸਾਡੇ ਵਿੱਚ ਭੰਬਲ ਭੂਸਾ ਬਣਿਆ ਰਹਿੰਦਾ ਹੈ ਹਰ ਸਾਲ ਕਿ ਇਹ ਤਰੀਕ ਕਦੋਂ ਆਉਣੀ ਹੈ,
ਕਿਉਂਕਿ ਇਹ ਤਰੀਕ ਵੱਖਰੀਆਂ ਵੱਖਰੀਆਂ ਸਾਲਾਂ ਦੇ ਵਿੱਚ ਵੱਖਰੀਆਂ ਡੇਟਾਂ ਦੇ ਵਿੱਚ ਆਈ ਹੈ, ਜਿਨ੍ਹਾਂ ਦਾ ਫਰਕ ਬਹੁਤ ਜ਼ਿਆਦਾ ਹੈ। ਜਿਵੇਂ ਕਿ ਪਿਛਲੇ ਸਾਲ 2 ਜਨਵਰੀ ਤੇ ਇਸ ਸਾਲ 2021 ਦੇ ਵਿੱਚ 20 ਜਨਵਰੀ, ਤੇ ਮੈਂ ਹੋਰ ਥੋੜ੍ਹਾ ਜਿਹਾ ਇੰਟਰਨੈਟ 'ਤੇ ਸਰਚ ਕੀਤੀ ਤੇ ਅਗਲੀਆਂ ਡੇਟਾਂ ਜਿਹੜੀਆਂ ਨੇ ਇਸ ਤਰ੍ਹਾਂ ਕਈਆਂ ਥਾਵਾਂ 'ਤੇ ਲਿਖੀਆਂ ਨੇ ਕਿ 2022 ਨੂੰ 9 ਜਨਵਰੀ ਨੂੰ ਆਵੇਗਾ, 2023 ਨੂੰ 29 ਦਸੰਬਰ ਨੂੰ ਆਵੇਗਾ ਤੇ 2024 ਨੂੰ 17 ਜਨਵਰੀ ਨੂੰ ਆਵੇਗਾ। ਤੇ ਇਸ ਵਾਰ ਦੀ ਜਿਹੜੀ ਅਜੀਬ ਗੱਲ ਹੈ ਉਹ ਇਹ ਹੈ ਕਿ ਸਤਿਗੁਰੂ ਜੀ ਦਾ ਅਵਤਾਰ ਜਿਹੜਾ ਸੀ ਉਹ ਪੋਹ ਦੀ 7 1723 ਬਿਕਰਮੀ ਨੂੰ ਹੋਇਆ ਸੀ। ਤੇ ਇਹਨੂੰ ਸਮਝਣ ਦੇ ਲਈ ਜਿਹੜੇ ਕਹਿੰਦੇ ਨੇ ਕਿ ਸੰਗਰਾਂਦ ਤੋਂ ਪਹਿਲੇ 15 ਦਿਨ ਹੁੰਦੇ ਨੇ ਉਹਨਾਂ ਨੂੰ ਬਦੀ, ਤੇ ਜਿਹੜੇ ਉਸ ਤੋਂ ਅਗਲੇ ਦਿਨ ਹੁੰਦੇ ਨੇ 15 ਦਿਨ ਉਹਨਾਂ ਨੂੰ ਸੁਦੀ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਹਿਸਾਬ ਲਾਈਏ ਤੇ ਉਸ ਦਿਨ ਜਿਹੜਾ ਪੋਹ ਦਾ ਮਹੀਨਾ ਹੈ ਉਹ 23 ਦਿਨ ਜਾ ਚੁੱਕਾ ਸੀ। ਤੇ ਅਗਰ ਪੋਹ ਦਾ 23 ਦਿਨ ਗਿਆ ਮਹੀਨਾ ਜਿਹੜਾ ਹੈ ਉਹਦੇ ਹਿਸਾਬ ਦੇ ਨਾਲ ਜਿਹੜਾ ਬਣਾਇਆ ਜਾਵੇ ਤੇ ਜਿਹੜਾ ਇਸ ਸਾਲ ਦਾ ਹੈ ਉਹ ਕਿਸੇ ਤਰ੍ਹਾਂ ਵੀ ਠੀਕ ਨਹੀਂ ਲੱਗਦਾ, ਕਿਉਂਕਿ 7 ਮਾਘ ਉਸ ਦਿਨ ਨੂੰ ਹੁੰਦਾ ਹੈ ਜਿਸ ਦਿਨ ਨੂੰ 20 ਜਨਵਰੀ ਆ ਰਹੀ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮਹੀਨਾ ਹੀ ਦੂਸਰਾ ਚੱਲ ਜਾਵੇ? ਇਹ ਮੇਰੇ ਵਰਗੇ ਬੰਦੇ ਦੀ ਸਮਝ ਤੋਂ ਤਾਂ ਬਾਹਰ ਦੀ ਗੱਲ ਹੈ। ਖੈਰ, ਜਿਹੜੇ ਸਿਆਣੇ ਬੈਠੇ ਨੇ ਉੱਥੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਕੀ ਮਕਸਦ ਹੈ ਐਸਾ ਕੰਮ ਕਰਨ ਦੇ ਲਈ, ਕਿਉਂ ਇਹ ਜਿਹੜੀ ਤਰੀਕ ਇੰਨੀ ਜ਼ਿਆਦਾ ਅੱਗੇ ਪਿੱਛੇ ਹੁੰਦੀ ਹੈ। ਇੱਕ ਚੀਜ਼ ਹੋਰ ਵੀ ਜਿਹੜੀ ਕਿ ਪ੍ਰੈਸ ਦੇ ਵਿੱਚ ਜਾਂ ਇੰਟਰਨੈਟ ਦੇ ਉੱਤੇ ਜਿਹੜੀ ਸਮਝ ਦੇ ਵਿੱਚ ਆਈ ਹੈ ਉਹਦੀ ਰਿਸਰਚ ਕਰਨ ਦੇ ਨਾਲ, ਕਿ ਜਿਹੜਾ ਬਿਕਰਮੀ ਸਨ ਹੈ ਇਹ ਸੂਰਜ ਅਤੇ ਚੰਦ ਦੋਹਾਂ ਨੂੰ ਮੁੱਖ ਰੱਖ ਕੇ ਬਣਾਇਆ ਜਾਂਦਾ ਹੈ। ਸਾਡੀਆਂ ਜਿਹੜੀਆਂ ਸੰਗਰਾਂਦਾਂ ਨੇ ਉਹ ਸੂਰਜ ਜਦੋਂ ਇੱਕ ਰਾਸ ਤੋਂ ਦੂਜੀ ਰਾਸ ਦੇ ਵਿੱਚ ਜਾਂਦਾ ਹੈ ਤਾਂ ਸਾਡੀ ਸੰਗਰਾਂਦ ਹੁੰਦੀ ਹੈ। 12 ਮਾਹਾਂ ਦੇ ਵਿੱਚ ਸਤਿਗੁਰਾਂ ਨੇ ਜਿਹੜੇ 12 ਮਾਹਾਂ ਮਾਝ ਤੇ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਤੇ 5ਵੇਂ ਪਾਤਸ਼ਾਹ ਨੇ 12 ਮਾਹਾਂ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਉਹਨਾਂ ਦੇ ਵਿੱਚ 12 ਹੀ ਮਹੀਨੇ ਨੇ ਜਿਹੜੇ ਕਿ ਜਿਨ੍ਹਾਂ ਦਾ ਸੰਬੰਧ ਸੂਰਜ ਦੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਦੇ ਵਿੱਚ ਜਾਣ ਦੇ ਨਾਲ ਹੈ। ਪਰ ਜਿਹੜਾ ਬਿਕਰਮੀ ਸੰਮਤ ਹੈ ਉਹ ਦੋਹਾਂ ਨੂੰ ਲੈ ਕੇ, ਸੂਰਜ ਅਤੇ ਚੰਦ ਦੋਹਾਂ ਨੂੰ ਲੈ ਕੇ ਚੱਲਦਾ ਹੈ। ਕਈ ਧਰਮਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਸਿਰਫ ਚੰਦ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈ ਉਹ ਆਪਣਾ ਜਿਹੜਾ ਕੈਲੰਡਰ ਉਹਨਾਂ ਨੇ ਰੱਖਿਆ ਹੈ। ਜਿਹੜਾ ਬਿਕਰਮੀ ਹੈ ਉਹਦੇ ਵਿੱਚ ਦੋਨੋਂ ਹੀ ਆਉਂਦੇ ਨੇ। ਤੇ ਜਦੋਂ ਜਿਹੜਾ ਚੰਦ ਹੈ ਉਹਦਾ ਜਿਹੜਾ ਹੈ ਸਾਲ ਉਹ ਛੋਟਾ ਹੈ, ਉਹ 354 ਦਿਨ ਦਾ ਹੈ। ਤੇ ਸੂਰਜ ਦਾ ਜਿਹੜਾ ਹੈ ਧਰਤੀ ਗੇੜਾ ਲਾਉਂਦੀ ਹੈ ਸੂਰਜ ਦੇ ਦੁਆਲੇ, ਉਹ 365 ਦਿਨਾਂ ਤੇ ਕੁਛ 0.25 ਸਮਥਿੰਗ ਤੇ ਕੁਝ ਸੈਕਿੰਡਸ ਦਾ ਹੈਗਾ ਹੈ। ਇਸੇ ਕਰਕੇ ਇਹਨਾਂ ਦਾ ਇੱਕ ਸਾਲ 4 ਸਾਲਾਂ ਬਾਅਦ ਲੀਪ ਦਾ ਸਾਲ ਹੁੰਦਾ ਹੈ, ਜਦੋਂ ਫਰਵਰੀ 29 ਦਿਨ ਦੀ ਹੁੰਦੀ ਹੈ। ਹੁਣ 11 ਦਿਨ ਦਾ ਜਿਹੜਾ ਫਰਕ ਹੈ ਸੂਰਜ ਤੇ ਚੰਦ ਉਹਨਾਂ ਦਾ ਜਿਹੜਾ ਹੈ ਸਾਲ, ਉਹ 11 ਦਿਨਾਂ ਦਾ ਹਰੇਕ ਸਾਲ ਫਰਕ ਪੈ ਜਾਂਦਾ ਹੈ, ਜਿਹਦੇ ਕਰਕੇ ਹਰੇਕ 3 ਸਾਲਾਂ ਬਾਅਦ ਜਿਹੜੇ ਬਿਕਰਮੀ ਸੰਮਤ ਵਾਲੇ ਨੇ ਉਹਨਾਂ ਨੇ ਇੱਕ ਤਰੀਕਾ ਇਹਦਾ ਲੱਭਿਆ ਹੈ ਕਿ ਉਹ ਇੱਕ ਮਹੀਨਾ ਜਿਹੜਾ ਹੈ ਚੰਦ ਦੇ ਹਿਸਾਬ ਦੇ ਨਾਲ ਇੱਕ ਮਹੀਨਾ ਉਹਨੂੰ ਅਧਿਕ ਮਾਸ ਜਾਂ ਮਾਲ ਮਾਸ ਇੱਦਾਂ ਦੇ ਨਾਂ ਜਿਹੜੇ ਨੇ 2-3 ਉਹਦੇ ਨਾਲ ਜਾਣਦੇ ਨੇ। ਤੇ ਉਹ ਮਹੀਨਾ ਜਿਹੜਾ ਹੈ ਉਹ 15 ਦਸੰਬਰ ਤੋਂ ਲੈ ਕੇ 14 ਜਨਵਰੀ ਤੱਕ ਦਾ ਹੈ ਉਹਨਾਂ ਦਾ। ਇਹਨੂੰ ਮਾਸ ਜਿਹੜਾ ਹੈ ਮਾਲ ਮਾਸ ਜਾਂ ਅਧਿਕ ਮਹੀਨਾ ਕਿਹਾ ਜਾਂਦਾ ਹੈ। ਇਹਦੇ ਵਿੱਚ ਹਿੰਦੂ ਲੋਕ ਕੋਈ ਵੀ ਜਿਹੜਾ ਹੈ ਸ਼ੁਭ ਕਰਮ ਜਿਹੜਾ ਹੈ ਉਹ ਨਹੀਂ ਕਰਦੇ, ਜਿਵੇਂ ਕਿਸੇ ਦਾ ਵਿਆਹ ਸ਼ਾਦੀ ਕਰਨੀ ਜਾਂ ਨਵਾਂ ਬਿਜ਼ਨਸ ਸ਼ੁਰੂ ਕਰਨਾ, ਨਵੀਂ ਕੋਈ ਚੀਜ਼ ਲੈਣੀ,
ਇਸ ਨੂੰ ਜਿਹੜਾ ਹੈ ਇਸ ਕਰਕੇ ਸ਼ੁਭ ਨਹੀਂ ਮੰਨਿਆ ਜਾਂਦਾ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਸ਼ਾਇਦ ਇਸੇ ਕਰਕੇ ਹੀ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪੁਰਬ ਜਿਹੜਾ ਹੈ ਉਹ ਅਗਲੇ ਮਹੀਨੇ ਵਿੱਚ ਹੁਣ ਜਾ ਪਿਆ ਹੈ। ਪੋਹ ਦੇ ਵਿੱਚ ਨਹੀਂ, ਮਾਘ ਦੇ ਵਿੱਚ, 7 ਮਾਘ ਨੂੰ ਬਣਾ ਦਿੱਤਾ ਗਿਆ ਹੈ। ਖੈਰ, ਇਹ ਤਾਂ ਉਹੀ ਸਮਝਣ ਜਿਹੜੇ ਕਰ ਰਹੇ ਨੇ ਐਸਾ, ਪਰ ਇਹ ਜਿਹੜਾ ਆਮ ਆਦਮੀ ਦੇ ਲਈ ਸਮਝਣਾ ਬੜਾ ਮੁਸ਼ਕਲ ਹੈ ਤੇ ਹਰ ਸਾਲ ਦਾ ਇਹੋ ਇਸ ਤਰ੍ਹਾਂ ਚੱਲਦਾ ਹੈ। ਜਦੋਂ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਸੀ ਉਦੋਂ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਜਿਹੜੀ ਹੈ ਤਰੀਕ ਫਿਕਸ ਕੀਤੀ ਜਾਵੇ ਤੇ ਕੁਝ ਸਾਲ ਇਹ 5 ਜਨਵਰੀ ਨੂੰ ਵੀ ਆਇਆ ਤੇ ਸਾਰੇ ਬੜੇ ਖੁਸ਼ ਸਨ। ਪਰ ਕਈ ਲੋਕ ਖੁਸ਼ ਨਹੀਂ ਵੀ ਹੁੰਦੇ ਕਿਉਂਕਿ ਉਹਨਾਂ ਨੂੰ ਮੱਸਿਆ ਪੁੰਨਿਆ ਜ਼ਰੂਰੀ ਹੁੰਦੀ ਹੈ। ਉਹਨਾਂ ਮੱਸਿਆ ਪੁੰਨਿਆਂ ਤੇ ਡੇਰਿਆਂ ਦੇ ਵਿੱਚ ਸੰਗਤਾਂ ਜੁੜਦੀਆਂ ਨੇ, ਮਾਇਆ ਆਉਂਦੀ ਹੈ, ਸਾਰੇ ਕੰਮ ਚੱਲਦੇ ਨੇ। ਪਰ ਆਮ ਸਿੱਖਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਤਰੀਕ ਹੈ ਲਗਭਗ ਉੱਥੇ ਹੀ ਰਵੇ। ਇੱਕ ਅੱਧੇ ਦਿਨ ਦਾ ਫਰਕ ਤਾਂ ਸਮਝਿਆ ਜਾ ਸਕਦਾ ਹੈ, ਪਰ ਜਿਹੜਾ ਇੰਨੇ ਦਿਨਾਂ ਦਾ ਫਰਕ, ਇਹ ਦੇਖ ਲਓ ਕਿ ਪਿਛਲੇ ਸਾਲ ਦੇ ਨਾਲੋਂ 18 ਦਿਨ ਦਾ ਫਰਕ ਜਿਹੜਾ ਹੈ ਤੇ ਪੋਹ ਦੀ ਬਜਾਏ ਜਿਹੜਾ ਹੈ ਗੁਰਪੁਰਬ ਹੁਣ ਮਾਘ ਦੇ ਵਿੱਚ ਆ ਰਿਹਾ ਹੈ। ਇਹ ਬੜੀ ਅਜੀਬ ਗੱਲ ਹੈ, ਪਰ ਜਦੋਂ ਵੀ ਆ ਰਿਹਾ ਹੈ ਸਾਰੇ ਸਾਡੇ ਸੁਣਨੇ ਵਾਲਿਆਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ। ਤੇ ਅਸੀਂ ਅੱਜ ਦਾ ਪ੍ਰੋਗਰਾਮ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਪ੍ਰੋਗਰਾਮ ਵੀ ਜਿਹੜੇ ਨੇ ਉਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਨਾਲ ਸੰਬੰਧਿਤ, ਉਹਨਾਂ ਦੇ ਜੀਵਨ, ਉਹਨਾਂ ਦੀ ਸਿੱਖਿਆਵਾਂ ਦੇ ਨਾਲ ਸੰਬੰਧਿਤ ਅਸੀਂ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਪ੍ਰੋਗਰਾਮ ਹੈ ਉਸ ਨੂੰ ਅੱਗੇ ਵਧਾਵਾਂਗੇ। ਜਿਵੇਂ ਕਿ ਦੱਸਿਆ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਜਿਹੜੇ ਲੇਖ ਹੈ ਉਹ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਤੇ ਆਓ ਇਹ ਸ਼ਬਦ ਸਰਵਨ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਭਾਈ ਸੁਰਿੰਦਰ ਸਿੰਘ ਜੀ ਮਠਾਰੂ ਨੇ। परगटियो मर्द अगमड़ा वरियाम अकेला वाह पटना शहर बिखे पवले तही परकात हमारा बेयो पटना शहर बिखे पवले परकात हमारा बेयो पटना शहर बिखे पवले कहीं परकात। पित पूरब कियस पियाना बात बात के तीरथ नाना
बात के तीरथ नाना, जब ही जात त्रिवेणी भय। जब ही जात त्रिवेणी भय, पुन दान दिन करत बिताए, तहीं पर खास हमारा भयो। पटना शहर बिखे पवले हो, तहीं पर खास। तहीं पर खास हमारा भयो। पटना शहर बिखे पवले हो। तहीं पर खास हमारा भयो। पटना शहर बिखे पवले हो। मंदिर देश हमको ले आए। मंदिर देश हमको ले आए। बात बात दायन दुलराए, तहीं पर खास हमारा भयो। पटना शहर बिखे पवले हो, तहीं पर खास। कीनियनक पात तन रचा, दीनी पात पात की थी छा। जब हम कर्म कर्म को आए, जब हम कर्म कर्म को आए, देवलोक तब पिता सिधाए, तहीं पर खास हमारा भयो। पटना शहर बिखे पवले हो, तहीं पर खास
पटना शहर विखे पवलयो कहीं प्रकाश हमारा भयो पटना शहर विखे पवलयो कहीं प्रकाश। ਹਾਂਜੀ, ਇਹ ਸਨ ਭਾਈ ਸੁਰਿੰਦਰ ਸਿੰਘ ਜੀ ਮਠਾਰੂ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦਾ ਪਹਿਲਾ ਲੇਖ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ, ਜਿਹੜਾ ਕਿ ਅਸੀਂ ਲਿਆ ਹੈ ਗੁਰਮਤਿ ਪ੍ਰਕਾਸ਼ ਜਨਵਰੀ 2008 ਦੇ ਅੰਕ ਦੇ ਵਿੱਚੋਂ। ਇਹ ਗੁਰਮਤਿ ਪ੍ਰਕਾਸ਼ ਹਰ ਮਹੀਨੇ ਜਿਹੜਾ ਪਰਚਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਹੈ ਤੇ ਆਨਲਾਈਨ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਉਹਨਾਂ ਦੇ ਵੈਬਸਾਈਟ ਤੇ ਜਾ ਕੇ ਇਸ ਨੂੰ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਤੇ ਇਹ ਜਿਹੜਾ ਲੇਖ ਹੈ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਉਹਨਾਂ ਦਾ ਲਿਖਿਆ ਹੋਇਆ ਹੈ ਤੇ ਇਸ ਦਾ ਸ਼ੀਰਸ਼ਕ ਉਹਨਾਂ ਨੇ ਦਿੱਤਾ ਹੈ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਪ੍ਰੋਫੈਸਰ ਸਾਹਿਬ ਲਿਖਦੇ ਨੇ, ਸਰਬੰਸਦਾਨੀ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ ਤੇ ਅਗੰਮੀ ਸ਼ਖਸੀਅਤ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਪਟਨਾ ਸ਼ਹਿਰ ਦੇ ਵਿੱਚ 23 ਪੋਹ ਸੰਮਤ ਨਾਨਕਸ਼ਾਹੀ ਮੁਤਾਬਕ 198 ਮੁਤਾਬਕ 23 ਪੋਹ ਬਿਕਰਮੀ ਸੰਮਤ 1723 ਤੇ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ 1666 ਈਸਵੀ ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਉਹਨਾਂ ਦਾ ਪ੍ਰਕਾਸ਼ ਹੋਇਆ। ਸਤਿਗੁਰਾਂ ਨੇ ਆਪਣੇ ਸੰਸਾਰ ਦੇ ਵਿੱਚ ਪ੍ਰਕਾਸ਼ ਬਾਰੇ ਆਪਣੀ ਸਵੈ ਜੀਵਨੀ ਬਚਿੱਤਰ ਨਾਟਕ ਵਿੱਚ ਇਉਂ ਬਿਆਨ ਕੀਤਾ ਹੈ, ਜਿਵੇਂ ਕਿ ਅਸੀਂ ਇਹ ਸ਼ਬਦ ਸੁਣਿਆ ਵੀ ਹੈ, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਸਤਿਗੁਰਾਂ ਨੇ ਮਨੁੱਖੀ ਜਾਮੇ ਦੇ ਵਿੱਚ ਆਪਣੇ ਆਉਣ ਦਾ ਮਨੋਰਥ ਇੰਜ ਦੱਸਿਆ ਹੈ, ਜਾਂ ਹੀ ਕਾਜ ਧਰਾ ਹਮ ਜਨਨਮ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਅਵਾਰਨ ਦੁਸ਼ਟ ਸਬਨ ਕੋ ਮੂਲ ਅਪਾਰਨ। ਬਚਿੱਤਰ ਨਾਟਕ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈਸਵੀ ਨੂੰ 9 ਸਾਲ ਦੀ ਉਮਰ ਦੇ ਵਿੱਚ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 10ਵੀਂ ਜੋਤ ਬਣ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸਿਰਫ 42 ਸਾਲ ਦੀ ਆਯੂ ਤੱਕ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਦੇ ਨਾਲ ਸਿਖਰ ਤੇ ਪਹੁੰਚਾਇਆ। ਗੁਰਮਤ ਦੇ ਆਦਰਸ਼ਾਂ ਨੂੰ ਸੰਪੂਰਨ ਰੂਪ ਦੇ ਵਿੱਚ ਸੰਪੰਨ ਕਰਕੇ ਸਦੀਵ ਕਾਲ ਲਈ ਨਿਰੰਤਰ ਸੰਸਥਾਵਾਂ ਦੇ ਤੌਰ ਤੇ ਸਥਾਪਿਤ ਕੀਤਾ। ਸਿੱਖ ਧਰਮ ਦੀ ਰਹਿਤ ਮਰਜ਼ਾਦਾ ਤੇ ਸਿੱਖੀ ਸਰੂਪ ਨਿਸ਼ਚਿਤ ਕਰਕੇ ਸਿੱਖ ਧਰਮ ਦੀ ਸਮਾਜ ਦੇ ਵਿੱਚ ਵੱਖਰੀ ਤੇ ਨਿਆਰੀ ਪਹਿਚਾਣ ਕਾਇਮ ਕੀਤੀ। ਉਹਨਾਂ ਨੇ ਖਾਲਸਾ ਪੰਥ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਕਿ ਹੁਣ ਉਸ ਨੂੰ ਕਿਸੇ ਹੋਰ ਮਨੁੱਖ ਗੁਰੂ ਦੀ ਲੋੜ ਨਹੀਂ ਸੀ। ਉਹ ਆਪਣੇ ਆਪ ਵਿੱਚ ਪੂਰਨ ਸੀ। ਗੁਰੂ ਵੀ ਉਸ ਦੇ ਅੰਦਰ ਸੀ ਤੇ ਸਿੱਖ ਵੀ ਉਸ ਦੇ ਅੰਦਰ ਸੀ। ਖਾਲਸੇ ਨੂੰ ਉਪਦੇਸ਼ ਸੀ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਗੁਰਬਾਣੀ ਦੇ ਵਿੱਚ ਗੁਰਮਤਿ ਅਨੁਸਾਰ ਆਦਰਸ਼ ਮਨੁੱਖ ਨੂੰ ਸਚਿਆਰ, ਗੁਰਮੁਖ, ਪੰਚ ਤੇ ਬ੍ਰਹਮ ਗਿਆਨੀ ਦੀ ਸੰਗਿਆ ਦਿੱਤੀ ਗਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਮਤਿ ਵਿਚਾਰ ਪ੍ਰਣਾਲੀ ਅਨੁਸਾਰ ਉਸੇ ਆਦਰਸ਼ਕ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ। ਉਹਨਾਂ ਨੇ 1699 ਈਸਵੀ ਦੇ ਵਿੱਚ ਖਾਲਸੇ ਦੀ ਸਾਜਨਾ ਕਰਕੇ ਇੱਕ ਸੁਤੰਤਰ ਤੇ ਸੰਪੂਰਨ ਮਨੁੱਖ ਦਾ ਆਦਰਸ਼ ਸਾਹਮਣੇ ਰੱਖਿਆ। ਖਾਲਸਾ ਸੰਤ ਸਿਪਾਹੀ ਹੈ ਜੋ ਆਤਮ ਗਿਆਨੀ ਹੋਣ ਦੇ ਨਾਲ ਧਰਮ ਤੇ ਨਿਆਂ ਦੀ ਰਾਖੀ ਲਈ ਜੂਝਦਾ ਹੈ। ਖਾਲਸਾ ਸਿੱਧਾ ਵਾਹਿਗੁਰੂ ਜੀ ਦੇ ਅਧੀਨ ਹੈ
ਤੇ ਇਸ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਮੰਨੀ ਗਈ ਹੈ। ਇਹ ਅਕਾਲ ਪੁਰਖ ਦੀ ਫੌਜ ਹੈ ਤੇ ਇਸ ਦੀ ਸਾਜਨਾ ਵੀ ਅਕਾਲ ਪੁਰਖ ਦੀ ਇੱਛਾ ਅਨੁਸਾਰ ਹੀ ਹੋਈ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪੁਰਾਤਨ ਕਾਲ ਤੋਂ ਗੁਰੂ ਪਰੰਪਰਾ ਮਨੁੱਖੀ ਰੂਪ ਦੇ ਵਿੱਚ ਹੀ ਚੱਲਦੀ ਆ ਰਹੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੀ ਵਾਰ ਇੱਕ ਮਹਾਨ ਪਰਿਵਰਤਨ ਲਿਆਂਦਾ। ਉਹਨਾਂ ਨੇ ਮਨੁੱਖ ਦੀ ਥਾਂ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਅਤੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਦੇ ਵਿੱਚ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਪਾਵਨ ਗ੍ਰੰਥ ਦੀ ਬੀੜ ਦੁਬਾਰਾ ਤਿਆਰ ਕਰਵਾਈ ਤੇ ਇਸ ਨੂੰ ਸੰਪੂਰਨ ਕੀਤਾ। ਨਾਂਦੇੜ ਦੀ ਧਰਤੀ ਉੱਤੇ ਗੁਰੂ ਜੀ ਨੇ ਸਿੱਖਾਂ ਦਾ ਸਦਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸ਼ਬਦ ਰੂਪ ਵਿੱਚ ਗੁਰੂ ਥਾਪਿਆ। ਇਸਲਾਮ ਨੂੰ ਅਕਸਰ ਅਹਿਲੇ ਕਿਤਾਬ ਕਿਹਾ ਜਾਂਦਾ ਹੈ, ਪਰ ਉੱਥੇ ਵੀ ਕੁਰਾਨ ਨੂੰ ਪੈਗੰਬਰ ਦਾ ਦਰਜਾ ਪ੍ਰਾਪਤ ਨਹੀਂ, ਜਿਵੇਂ ਸਿੱਖ ਮਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋਤ ਤੇ ਜੁਗਤ ਦੋਵੇਂ ਮੌਜੂਦ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਪੰਜ ਰਹਿਤਵਾਨ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਹੋਰ ਸਿੰਘ ਸਜਾਉਣ ਦਾ ਅਧਿਕਾਰ ਗੁਰੂ ਜੀ ਨੇ ਪਹਿਲਾਂ ਹੀ ਦਿੱਤਾ ਹੋਇਆ ਸੀ। ਉਹਨਾਂ ਨੇ ਆਪ ਵੀ ਅੰਮ੍ਰਿਤ ਛਕਣ ਸਮੇਂ ਪੰਜ ਸਿੰਘਾਂ ਦੇ ਰੂਪ ਵਿੱਚ ਖਾਲਸੇ ਨੂੰ ਆਪਣਾ ਗੁਰੂ ਮੰਨਿਆ ਸੀ। ਇਸ ਤਰ੍ਹਾਂ ਸਤਿਗੁਰੂ ਜੀ ਇੱਕ ਵਿਅਕਤੀ ਨਾ ਰਹਿ ਕੇ ਸਰਵ ਵਿਆਪਕ ਤੇ ਅਵਿਨਾਸੀ ਹਸਤੀ ਸ਼ਬਦ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 759 ਅੰਗ। ਗੁਰ ਦਰਸ ਜਹ ਦੇਖਣਾ ਸ੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰ ਸੋ ਚਾਹੇ, ਪੜ੍ਹੈ ਗ੍ਰੰਥ ਮਨ ਲਾਏ, ਗੁਰ ਬਿਲਾਸ ਪਾਤਸ਼ਾਹੀ ਛੇਵੀਂ। ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟ ਚਲਾਇਓ ਪੰਥ, ਸਭ ਸਿੱਖਨ ਕੋ ਬਚਨ ਹੈ ਗੁਰੂ ਮਾਨਿਓ ਗ੍ਰੰਥ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਕਾ। ਸਮਾਜਿਕ ਬਰਾਬਰੀ ਲਿਆਉਣ ਵਿੱਚ ਵੀ ਸਿੱਖ ਧਰਮ ਦਾ ਇੱਕ ਮੁੱਖ ਆਦੇਸ਼ ਹੈ। ਗੁਰੂ ਸਾਹਿਬ ਵੱਲੋਂ ਸਦਾ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਉੱਚਾ ਚੁੱਕਣ ਤੇ ਮਾਣ ਬਖਸ਼ਣ ਦਾ ਯਤਨ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਆਪਣੇ ਆਪ ਨੂੰ ਵੱਡੇ ਲੋਕਾਂ ਦੀ ਥਾਂ ਅਖੌਤੀ ਨੀਚ ਜਾਤੀ ਕਹੇ ਜਾਂਦੇ ਲੋਕਾਂ ਦਾ ਸਾਥੀ ਦੱਸਿਆ ਤੇ ਕਿਹਾ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 15। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਅੰਮ੍ਰਿਤ ਦੇ ਅਧਿਕਾਰੀ ਸਮਝਿਆ ਤੇ ਖਾਲਸੇ ਨੂੰ ਜਾਤ ਪਾਤ ਦੇ ਭਰਮ ਭੇਦ ਨੂੰ ਨਾ ਮੰਨਣ ਦਾ ਹੁਕਮ ਦਿੱਤਾ। ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਨਿਕਲਣ ਵੇਲੇ ਗੁਰੂ ਜੀ ਨੇ ਆਪਣੀ ਜਿਗਾ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਸਜਾ ਕੇ ਪੰਥ ਦਾ ਜਥੇਦਾਰ ਬਣਾਇਆ ਤੇ ਮਾਣ ਬਖਸ਼ਿਆ। ਪਰਮਾਤਮਾ ਦਾ ਵੀ ਇਹ ਗੁਣ ਹੈ ਕਿ ਉਹ ਨੀਵਿਆਂ ਨੂੰ ਉੱਚੇ ਕਰਦਾ ਹੈ, ਜਿਵੇਂ ਕਿ ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਹੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1106 ਅੰਗ। ਗੁਰਮਤਿ ਦੇ ਵਿੱਚ ਇਸਤਰੀ ਜਾਤੀ ਦਾ ਅਧਿਕਾਰ ਵੀ ਮਨੁੱਖ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਤਰੀ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਰਾਜਿਆਂ ਦੀ ਮਾਤਾ ਕਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀਆਂ ਲਿਖਤਾਂ ਦੇ ਵਿੱਚ ਖਾਲਸੇ ਦੀ ਜਥੇਬੰਦੀ ਦੇ ਵਿੱਚ ਇਸਤਰੀ ਜਾਤੀ ਦਾ ਸਤਿਕਾਰ ਕੀਤਾ ਹੈ। ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ। ਮੁਕਤਸਰ ਦੀ ਜੰਗ ਤੋਂ ਪਿੱਛੋਂ ਗੁਰੂ ਜੀ ਨੇ ਮਾਤਾ ਭਾਗੋ ਜੀ ਨੂੰ ਸਿੰਘਾਂ ਦੀ ਜਥੇਦਾਰ ਥਾਪਿਆ। ਗੁਰੂ ਜੀ ਦੀ ਪ੍ਰੇਰਨਾ ਦੇ ਨਾਲ ਮਾਤਾ ਭਾਗੋ ਜੀ ਨੇ ਆਤਮ ਗਿਆਨ ਪ੍ਰਾਪਤ ਕਰਕੇ ਦੱਖਣ ਦੇ ਪਿੰਡਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਨਿਰੰਕਾਰ ਨੂੰ ਭਗਤੀ ਆਰਾਧਨਾ ਦਾ ਕੇਂਦਰ ਮੰਨਿਆ ਗਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਇਸੇ ਵਿਚਾਰਧਾਰਾ ਨੂੰ ਮੁੱਖ ਰੱਖਿਆ ਹੈ। ਉਹਨਾਂ ਨੇ ਪਰਮੇਸ਼ਰ ਨੂੰ ਰੂਪ ਰੇਖ ਤੋਂ ਨਿਆਰਾ ਦੱਸਿਆ ਹੈ। ਉਹਨਾਂ ਨੇ ਖਾਲਸੇ ਨੂੰ ਮੂਰਤੀ, ਮੜੀਆਂ ਆਦਿ ਦੀ ਪੂਜਾ ਛੱਡ ਕੇ ਸਿਰਫ ਅਕਾਲ ਪੁਰਖ ਦੀ ਆਰਾਧਨਾ ਕਰਨ ਦਾ ਉਪਦੇਸ਼ ਦਿੱਤਾ ਹੈ। ਆਪ ਜੀ ਸਵਈਆਂ ਦੇ ਵਿੱਚ ਫਰਮਾਉਂਦੇ ਨੇ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪਰੀ ਪ੍ਰਤੀਤ ਸਜੈ ਬ੍ਰਤ, ਗੌਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਇਸੇ ਤਰ੍ਹਾਂ ਹੋਰ ਸਵਈਆਂ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਰਾਗ ਨਾ ਰੂਪ ਨਾ ਰੇਖ ਰੰਗ, ਨਾ ਸਾਕ ਨਾ ਸੋਗ, ਨਾ ਸੰਗ ਤਿਹਾਰੇ, ਆਦ ਅਨਾਦ ਅਗਾਧ ਅਭੇਖ, ਅਵਦੈਖ ਜਪਿਓ ਤਿਨ ਹੀ ਕੁਲ ਤਾਰੇ। ਗੁਰੂ ਜੀ ਇੱਕ ਧਾਰਮਿਕ ਆਗੂ ਅਤੇ ਵਿਦਵਾਨ ਹੋਣ ਦੇ ਨਾਲ ਨਾਲ ਮਹਾਨ ਯੋਧੇ ਅਤੇ ਜਰਨੈਲ ਵੀ ਸਨ। ਗੁਰੂ ਜੀ ਨੇ ਸਿੱਖਾਂ ਦੇ ਵਿੱਚ ਚੜ੍ਹਦੀ ਕਲਾ ਦਾ ਸੰਚਾਰ ਕੀਤਾ। ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਕਿਲੇ ਬਣਾਏ, ਹਾਥੀ ਘੋੜੇ ਤੇ ਸ਼ਾਸਤਰ ਇਕੱਤਰ ਕੀਤੇ। ਰਣਜੀਤ ਨਗਾਰੇ ਦੀ ਰੋਜ਼ ਡੰਕੇ ਦੀ ਚੋਟ ਲੱਗਣੀ ਸ਼ੁਰੂ ਹੋਈ। ਇਸ ਕਰਕੇ ਆਲੇ ਦੁਆਲੇ ਦੇ ਪਹਾੜੀ ਰਾਜਿਆਂ ਨੂੰ ਭੈ ਹੋ ਗਿਆ। ਉਹ ਗੁਰੂ ਜੀ ਦੇ ਨਾਲ ਈਰਖਾ ਕਰਨ ਲੱਗੇ। ਉਹਨਾਂ ਨੂੰ ਅਨੇਕ ਲੜਾਈਆਂ ਦੇ ਵਿੱਚ ਹਾਰ ਹੋਈ ਤਾਂ ਉਹਨਾਂ ਨੇ ਮੁਗਲ ਫੌਜਾਂ ਦੀ ਸਹਾਇਤਾ ਮੰਗੀ। ਗੁਰੂ ਜੀ ਨੂੰ ਜੀਵਨ ਕਾਲ ਦੇ ਵਿੱਚ ਲਗਭਗ 14 ਜੰਗਾਂ ਲੜਨੀਆਂ ਪਈਆਂ। ਪਹਿਲੀ ਜੰਗ ਭੰਗਾਣੀ ਦੀ ਉਹਨਾਂ ਨੇ 21 ਸਾਲ ਦੀ ਉਮਰ ਵਿੱਚ ਲੜੀ। ਚਮਕੌਰ ਸਾਹਿਬ ਦੇ ਅਸਥਾਨ ਤੇ ਉਹਨਾਂ ਦੀ ਜੰਗ ਦੁਨੀਆ ਦੇ ਇਤਿਹਾਸ ਦੇ ਵਿੱਚ ਲਾਮਿਸਾਲ ਤੇ ਲਾਸਾਨੀ ਸੀ। ਉਹਨਾਂ ਨੇ 40 ਸਿੰਘਾਂ ਦੇ ਨਾਲ 10 ਲੱਖ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਦੇ ਅਸਥਾਨ ਤੇ ਉਹਨਾਂ ਨੇ ਗਿਣਤੀ ਦੇ ਸਿੰਘਾਂ ਦੇ ਨਾਲ ਸਰਹੰਦ ਦੀ ਫੌਜ ਦੇ ਦੰਦ ਖੱਟੇ ਕੀਤੇ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ। ਉਹਨਾਂ ਦੇ ਛੋਟੇ ਦੋ ਸਾਹਿਬਜ਼ਾਦੇ ਸਰਹੰਦ ਦੇ ਸੂਬੇ ਵੱਲੋਂ ਗ੍ਰਿਫਤਾਰ ਕਰਕੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ। ਇਸ ਸਭ ਕੁਝ ਦੇ ਬਾਵਜੂਦ ਵੀ ਗੁਰੂ ਸਾਹਿਬ ਅਡੋਲ ਤੇ ਚੜ੍ਹਦੀ ਕਲਾ ਵਿੱਚ ਰਹੇ। ਉਹਨਾਂ ਦਾ ਨਿਸ਼ਾਨਾ ਮੁਗਲਾਂ ਤੇ ਜ਼ੁਲਮ ਦੀਆਂ ਜੜ੍ਹਾਂ ਪੁੱਟਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਿਆ, ਜਿਸ ਨੂੰ ਜ਼ਫਰਨਾਮਾ ਜਾਂ ਫਤਿਹ ਦੀ ਚਿੱਠੀ ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਕਿ ਨਾ ਤੂੰ ਧਾਰਮਿਕ ਹੈ, ਨਾ ਬਹਾਦਰ ਹੈ, ਨਾ ਚੰਗਾ ਰਾਜਨੀਤਿਕ ਹੈ। ਤੂੰ ਕੁਰਾਨ ਦੀਆਂ ਸੌਹਾਂ ਨੂੰ ਖਾ ਕੇ ਤੋੜਿਆ ਹੈ। ਕੁਰਾਨ ਦੀ ਸਿੱਖਿਆ ਦੇ ਉਲਟ ਮਾਸੂਮ ਬੱਚਿਆਂ ਨੂੰ ਸ਼ਹੀਦ ਕੀਤਾ ਹੈ। ਤੂੰ ਪਰਜਾ ਦੇ ਨਾਲ ਬੇਇਨਸਾਫੀ ਕਰਦਾ ਹੈ। ਇਸ ਤਰ੍ਹਾਂ ਉਸਨੇ ਔਰੰਗਜ਼ੇਬ ਨੂੰ ਧਰਮ ਤੇ ਨੈਤਿਕਤਾ ਦਾ ਉਪਦੇਸ਼ ਕੀਤਾ ਤੇ ਨਾਲ ਹੀ ਕਿਹਾ ਕਿ ਕੀ ਹੋਇਆ ਜੇ ਮੇਰੇ 4 ਬੱਚੇ ਸ਼ਹੀਦ ਹੋ ਗਏ, ਪਰ ਤੇਰੇ ਜ਼ੁਲਮ ਦਾ ਟਾਕਰਾ ਕਰਨ ਲਈ ਅਜੇ ਖਾਲਸਾ ਤਿਆਰ ਹੈ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਲਿਖਿਆ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਫਿਰ ਕਿਰਪਾਨ ਉਠਾਉਣਾ ਯੋਗ ਹੁੰਦਾ ਹੈ। ਸਤਿਗੁਰੂ ਜੀ ਨੇ ਕਿਹਾ, ਮੈਂ ਦੁਨੀਆ ਦੇ ਭਲੇ ਲਈ ਹੱਕ ਸੱਚ ਲਈ ਕਿਰਪਾਨ ਉਠਾਈ ਹੈ। ਚੂਕਾਰ ਅਜ ਹਮਹਿ ਹੀਲਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਸ੍ਰਿਸ਼ਟੀ ਦੇ ਆਰੰਭ ਤੋਂ ਨੇਕੀ ਤੇ ਬਦੀ ਦੀਆਂ ਤਾਕਤਾਂ ਵਿੱਚ ਟਕਰਾਅ ਹੁੰਦਾ ਰਿਹਾ ਹੈ, ਪਰ ਇਹ ਸਾਰੇ ਜੰਗ ਯੁੱਧ ਤੇ ਠਾਕਰਾ ਆਦ ਜੋਰੂ ਜ਼ਮੀਨ ਅਤੇ ਤਖਤ ਲਈ ਹੁੰਦੇ ਰਹੇ ਨੇ। ਪਰੰਤੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕ੍ਰਾਂਤੀ, ਇਨਕਲਾਬ ਧਰਤੀ ਉੱਤੇ ਜ਼ਬਰ ਜ਼ੁਲਮ, ਕੂੜ ਕਪਟ, ਅਧਰਮ, ਲੁੱਟ ਖਸੁੱਟ ਖਤਮ ਕਰਕੇ ਮਨੁੱਖੀ ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ, ਧਰਮ, ਹੱਕ ਤੇ ਸੱਚ ਤੇ ਇਨਸਾਫ ਦਾ ਬੋਲਬਾਲਾ ਕਰਨ ਹਿੱਤ ਅਤੇ ਸਭ ਸੁਖਾਲੀ ਬੁੱਠੀਆਂ ਹੁਣ ਹੋਆ ਹਲੇਮੀ ਰਾਜੀਓ ਦੀ ਸਥਾਪਨਾ ਕਰਨ ਹਿੱਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ 1469 ਈਸਵੀ ਨੂੰ ਹੋਇਆ ਸੀ। ਬਾਬਰ ਦੇ ਸਮਕਾਲੀ ਸਨ।
ਉਹਨਾਂ ਨੇ 1526 ਈਸਵੀ ਦੇ ਵਿੱਚ ਮੁਗਲ ਰਾਜ ਦੀ ਸਥਾਪਨਾ ਕੀਤੀ ਸੀ। ਬਾਬਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਿੱਛੋਂ 9 ਗੁਰੂ ਸਾਹਿਬਾਨ ਹੋਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1675 ਈਸਵੀ ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। ਇਸ ਸਮੇਂ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਸੀ। ਇਹ ਬਾਬਰ ਦੀ 6ਵੀਂ ਪੀੜ੍ਹੀ ਸੀ। ਇਸੇ ਤਰ੍ਹਾਂ ਬਾਬੇ ਕੇ ਤੇ ਬਾਬਰ ਕੇ ਇਹ ਨੇਕੀ ਤੇ ਬਦੀ ਦੀਆਂ ਦੋਵੇਂ ਤਾਕਤਾਂ ਸਮਕਾਲੀ ਸਨ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਤੋਂ ਹੀ ਬਾਬੇਕਿਆਂ ਤੇ ਬਾਬਰਕਿਆਂ ਦਾ ਸਾਹਮਣਾ ਹੋ ਗਿਆ ਸੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਖਤ ਸ਼ਬਦਾਂ ਦੇ ਵਿੱਚ ਬਾਬਰ ਦੇ ਜ਼ੁਲਮਾਂ ਦੀ ਨਿਖੇਧੀ ਕੀਤੀ ਸੀ। ਉਹਨਾਂ ਨੇ ਬਾਬਰ ਨੂੰ ਜਮ ਦਾ ਰੂਪ ਦੱਸਿਆ ਸੀ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਬਾਬਰ ਦੀ ਚੌਥੀ ਪੀੜ੍ਹੀ ਦੇ ਵਿੱਚ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 1606 ਦੇ ਵਿੱਚ ਸ਼ਹੀਦ ਕਰਵਾ ਦਿੱਤਾ ਸੀ। ਇਸ ਤੋਂ ਪਿੱਛੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ ਅਤੇ ਬਾਬਰਕਿਆਂ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਉਹਨਾਂ ਨੇ ਸ਼ਸਤਰਬੰਦ ਕੀਤਾ। ਸਿੱਖਾਂ ਨੇ ਸ਼ਸਤਰ ਦਾ ਜਵਾਬ ਹੁਣ ਸ਼ਸਤਰ ਦੇ ਨਾਲ ਦੇਣਾ ਸ਼ੁਰੂ ਕੀਤਾ ਸੀ। 1675 ਈਸਵੀ ਦੇ ਵਿੱਚ ਔਰੰਗਜ਼ੇਬ ਦੇ ਰਾਜ ਸਮੇਂ ਬਾਬੇਕਿਆਂ ਤੇ ਬਾਬਰਕਿਆਂ ਦਾ ਟਕਰਾਅ ਸਿਖਰ ਤੇ ਪਹੁੰਚ ਗਿਆ। 1675 ਈਸਵੀ ਨੂੰ ਇਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਬੁਲਾ ਕੇ ਸ਼ਹੀਦ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਮਰ ਉਸ ਸਮੇਂ 9 ਸਾਲ ਦੀ ਸੀ। ਉਹਨਾਂ ਨੇ ਗੁਰਗੱਦੀ ਤੇ ਬੈਠ ਕੇ ਜ਼ੁਲਮ ਦਾ ਨਾਸ ਕਰਨ ਦਾ ਦ੍ਰਿੜ ਸੰਕਲਪ ਧਾਰ ਲਿਆ ਸੀ। ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦੇ ਨਾਲ ਅਨੇਕਾਂ ਯੁੱਧ ਕੀਤੇ, ਜਿਨ੍ਹਾਂ ਦੇ ਵਿੱਚ ਹਮੇਸ਼ਾ ਸਤਿਗੁਰੂ ਜੀ ਦੀ ਜਿੱਤ ਹੋਈ ਤੇ ਸਤਿਗੁਰੂ ਜੀ ਦੇ ਸਰਬੰਸ ਤੇ ਅਨੇਕਾਂ ਹੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਔਰੰਗਜ਼ੇਬ ਬਦੀ ਦਾ ਸਿਖਰ ਸੀ। ਉਸਨੇ ਰਾਜਗੱਦੀ ਆਪਣੇ ਪਿਤਾ ਤੋਂ ਖੋਈ ਸੀ। ਆਪਣੇ ਭਰਾਵਾਂ ਦਾ ਕਤਲ ਕਰਕੇ ਉਹ ਸ਼ਹਿਨਸ਼ਾਹ ਬਣਿਆ ਸੀ ਤੇ ਬੜਾ ਕੱਟੜ ਤੇ ਜ਼ਾਲਮ ਬਾਦਸ਼ਾਹ ਸੀ। ਉਸਨੇ ਤਖਤ ਦੀ ਖਾਤਰ ਆਪਣੇ ਦੋਵੇਂ ਭਰਾ ਦਾਰਾ ਸ਼ਿਕੋ ਤੇ ਮੁਰਾਦ ਕਤਲ ਕਰਵਾ ਦਿੱਤੇ ਸਨ। ਦਾਰਾ ਸ਼ਿਕੋ ਪੰਜਾਬ ਤੇ ਕਾਬਲ ਦਾ ਗਵਰਨਰ ਸੀ। ਮੁਰਾਦ ਬੰਗਾਲ ਤੇ ਗੁਜਰਾਤ ਦਾ ਗਵਰਨਰ ਸੀ। ਔਰੰਗਜ਼ੇਬ ਨੇ ਪਹਿਲਾਂ ਮੁਰਾਦ ਦੇ ਨਾਲ ਮਿਲ ਕੇ ਦਾਰਾ ਸ਼ਿਕੋ ਨੂੰ ਖਤਮ ਕੀਤਾ ਤੇ ਬਾਅਦ ਵਿੱਚ ਉਸਨੇ ਮੁਰਾਦ ਨੂੰ ਵੀ ਮਰਵਾ ਦਿੱਤਾ। ਆਪਣੇ ਪਿਤਾ ਸ਼ਾਹਜਹਾਂ ਨੂੰ ਅੰਤਲੇ 8 ਸਾਲ ਕੈਦ ਵਿੱਚ ਰੱਖਿਆ। ਉਸਨੇ ਹੱਕ, ਇਨਸਾਫ ਤੇ ਸਰਬੱਤ ਦੇ ਭਲੇ ਲਈ ਉੱਠ ਰਹੀ ਆਵਾਜ਼ ਨੂੰ ਬੰਦ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵਰਗੀ ਮਹਾਨ ਧਾਰਮਿਕ ਸ਼ਖਸੀਅਤ ਨੂੰ ਸ਼ਹੀਦ ਕਰਵਾ ਦਿੱਤਾ ਤੇ ਸਰਮਦ ਵਰਗੇ ਫਕੀਰ ਕਤਲ ਕਰਵਾ ਦਿੱਤੇ। ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੇ ਲਈ ਉਸਨੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਢਾਏ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇਕੀ, ਸੱਚ, ਤਿਆਗ, ਕੁਰਬਾਨੀ, ਭਗਤੀ ਤੇ ਸ਼ਕਤੀ ਦੇ ਮੁਜੱਸਮੇ ਸਨ। ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਅਡੋਲ ਵਿਚਰਦਿਆਂ ਅਸਹਿ ਤੇ ਅਕਹਿ ਦੁੱਖ ਬਰਦਾਸ਼ਤ ਕੀਤੇ। ਦੁਨੀਆ ਦੇ ਇਤਿਹਾਸ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਉਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਧਰਮ, ਸਮਾਜ, ਰਾਜਨੀਤੀ, ਸਾਹਿਤ ਤੇ ਸਦਾਚਾਰ ਖੇਤਰ ਦੇ ਵਿੱਚ ਮਹਾਨ ਕਾਰਜ ਕਰਕੇ ਸੰਸਾਰ ਨੂੰ ਵਡਮੁੱਲੀ ਸੇਧ ਪ੍ਰਦਾਨ ਕੀਤੀ। ਮਨੁੱਖ ਇਸ ਧਰਤੀ ਦਾ ਸਭ ਤੋਂ ਸ੍ਰੇਸ਼ਟ ਪ੍ਰਾਣੀ ਹੈ। ਮਨੁੱਖ ਨੂੰ ਸੁੱਖ ਦੇਣ ਦੇ ਲਈ, ਉਸ ਦੇ ਜੀਵਨ ਨੂੰ ਸਨਮਾਨਯੋਗ ਬਣਾਉਣ ਦੇ ਲਈ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਗੁਰਬਾਣੀ ਦੀ ਦਾਤ ਬਖਸ਼ੀ ਹੈ। ਗੁਰਮਤਿ ਦਾ ਮੁੱਖ ਉਦੇਸ਼ ਮਨੁੱਖ ਦੇ ਜੀਵਨ ਤੇ ਉਸ ਦੀ ਸੁਰਤ ਨੂੰ ਉੱਚਾ ਕਰਕੇ ਉਸ ਨੂੰ ਪ੍ਰਮਾਤਮਾ ਦਾ ਰੂਪ ਬਣਾਉਣਾ ਹੈ। ਉਸ ਨੂੰ ਸੁਤੰਤਰ ਤੇ ਸਰਦਾਰ ਦੇ ਰੂਪ ਵਿੱਚ ਜੀਣ ਦਾ ਹੱਕ ਦੇਣਾ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਗੁਰੂ ਜੀ ਤੇ ਸਿੱਖਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਨੇ। ਗੁਰਬਾਣੀ ਦਾ ਮਹਾਵਾਕ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਅੱਜ ਵੀ ਸਾਡੇ ਮੁਲਕ ਦੇ ਵਿੱਚ ਨੇਕੀ ਤੇ ਬਦੀ ਦੀ ਲੜਾਈ ਜਾਰੀ ਹੈ। ਬਦੀ ਦੀਆਂ ਤਾਕਤਾਂ ਭਾਰੂ ਹੁੰਦੀਆਂ ਜਾ ਰਹੀਆਂ ਨੇ। ਹਰ ਖੇਤਰ ਵਿੱਚ ਛਲ, ਕਪਟ ਤੇ ਧੋਖਾ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।
ਅਜੋਕੇ ਸਮੇਂ ਨੇਕੀ ਦੀਆਂ ਤਾਕਤਾਂ ਬਦੀ ਦੀਆਂ ਤਾਕਤਾਂ ਦੇ ਸਾਹਮਣੇ ਡੋਲ ਰਹੀਆਂ ਨੇ। ਆਰਜਕਤਾ ਤੇ ਅਨਿਆਏ ਦਾ ਮਾਹੌਲ ਹੈ। ਅੱਜ ਲੋੜ ਹੈ ਨੇਕੀ ਦੀਆਂ ਸ਼ਕਤੀਆਂ ਨੂੰ ਇਕਮੁੱਠ, ਇਕਮਤ ਤੇ ਸੁਦ੍ਰਿੜ ਕਰਕੇ ਬਦੀ ਦੀਆਂ ਸ਼ਕਤੀਆਂ ਨੂੰ ਭਾਜ ਦਿੱਤੀ ਜਾਵੇ, ਤਾਂ ਜੋ ਸਰਬੱਤ ਦੇ ਭਲੇ ਦੀ ਭਾਵਨਾ ਉਜਾਗਰ ਕੀਤੀ ਜਾਵੇ ਤੇ ਮਾਨਵਤਾ ਨੂੰ ਸੁਖੀ ਕੀਤਾ ਜਾਵੇ। ਇਹ ਸੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਡੂੰਗਰ, ਉਹਨਾਂ ਦੇ ਲਿਖੇ ਹੋਏ ਸ਼ਬਦ ਜਿਹੜੇ ਕਿ ਬਹੁਤ ਹੀ ਜਾਣਕਾਰੀ ਭਰਪੂਰ ਤੇ ਇਤਿਹਾਸਕ ਜਿਹੜੀਆਂ ਸਾਨੂੰ ਸੱਚਾਈਆਂ ਸਾਡੇ ਸਾਹਮਣੇ ਰੱਖਿਆ ਨੇ ਉਹਨਾਂ ਨੇ। ਤੇ ਪ੍ਰੋਫੈਸਰ ਸਾਹਿਬ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਵੱਲੋਂ ਜਿਹੜੇ ਸਾਨੂੰ ਉਪਦੇਸ਼ ਦਿੱਤੇ ਨੇ ਉਹ ਸਾਡੇ ਸਨਮੁਖ ਕੀਤੇ ਨੇ, ਤੇ ਜਫਰਨਾਮੇ ਦੇ ਬਾਰੇ ਵੀ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਉਹਦੇ ਵਿੱਚ ਕਿਹੜੀਆਂ ਗੱਲਾਂ ਸਤਿਗੁਰੂ ਜੀ ਨੇ ਲਿਖੀਆਂ। ਆਮ ਤੌਰ ਤੇ ਜਿਹੜਾ ਜਫਰਨਾਮਾ ਜਿਹੜਾ ਹੈ ਇਸ ਨੂੰ ਗਾਉਣਾ ਜਾਂ ਪੜ੍ਹਨਾ ਕੋਈ ਸੌਖੀ ਗੱਲ ਨਹੀਂ, ਪਰ ਇਸੇ ਸਾਲ ਦੇ ਵਿੱਚ ਜਫਰਨਾਮੇ ਦਾ ਜਿਹੜਾ ਹੈ ਇਹਨੂੰ ਗਾਇਆ ਗਿਆ ਹੈ ਸਤਿੰਦਰ ਸਰਤਾਜ ਜੀ ਉਹਨਾਂ ਨੇ। ਤੇ ਆਓ ਇਹ ਜਿਹੜਾ ਹੈ ਜਫਰਨਾਮਾ ਉਹਨਾਂ ਨੇ ਗਾਇਆ ਹੈ ਆਪਾਂ ਸਰਵਣ ਕਰਦੇ ਹਾਂ। ਤੇ ਭਾਵੇਂ ਇਹ ਜਿਹੜੀ ਭਾਸ਼ਾ ਸਾਨੂੰ ਨਹੀਂ ਵੀ ਸਮਝ ਆਉਂਦੀ, ਪਰ ਉਹਦੇ ਵਿੱਚ ਜਿਹੜੀਆਂ ਮੇਨ ਗੱਲਾਂ ਨੇ ਉਹ ਪ੍ਰੋਫੈਸਰ ਸਾਹਿਬ ਨੇ ਸਾਨੂੰ ਦੱਸ ਹੀ ਦਿੱਤੀਆਂ ਨੇ। ਤੇ ਆਓ ਸਰਵਣ ਕਰਦੇ ਹਾਂ ਜਫਰਨਾਮਾ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜ਼ਫਰਨਾਮਾ ਪਾਤਸ਼ਾਹੀ 10ਵੀਂ। कमाले करामत कायम करीम राजा बख्श राज़क राहा कुन रहीम हवा बख्श बख्शिंदे ओ दस्तगीर खता बख्श रोजी दे हो दिल पजीर शहनशाह खूबी दे हो रहनमू के बेगुनो बेचूनो तू बेनमूना साजो ना बाजो ना फौजो ना फर्श खुदावंद बख्शिंदे ऐशो अरश जहां पाक ज़ीरस्त ज़ाहिर ज़हूर अता भी दाखद हम जो हाजिर हुजूर अता बख्श ओ पाक परवरदिगार रहीम मस्त रोजी दे खद करते हार के साहिब दे यारस्त आज़म अज़ीम के हुस्नल जमालस्त राज़िक रहीम के साहिब शऊरस्त आजिज़ नवाज गरीब अल परस्तो गनी मुल्कदास शरीयत परस्तो फजीलत माआब हकीकत शनासो नबीउल कताब दानिश पयूं खस्त साहिब शऊर हकीकत शनासस्त ज़ाहिर ज़हूर शनासिंदाए इल्म आलम खुदाए कशाइंदाए करे आलम कुशाए गुजारिंदाए करे आलम कबीर शनासिंदाए इल्म आलम अमीर मरायत बार बरी कसमेनी सत्य ईज़न गवा अस्त यजना यकीसत ना कत्रह मरा एतबारे बरोस के बख्शी वदी वहाँ मागिज़ बगोस कसे कौले कुरान को नद एतबार हमारो से आखिर शब्द मर्द ख्वार हमारा कसे साया आयत बजेर बरो दस्त दारद नाजागो दलेर कसे पुश्त उफ्तत पसे शेर नल ना गिरत बुजो में शोआहू गुजर कसम मुसाफे खदिया गर ई खुरम ना फौजे अजीजम रासुम अफगानम गुरसना चेकारे को नद चहल नल के दहलक मरायत बरो बेखबर के पहला शिकन बेदरंगा मदन में आते गो तीरो तो फंगा मदन बालाचार की दरमया आमदम बतदबीर तीरो कमा आमदम तो गारज हमा हीलते दरगुज़श्त हलालस्त बुर्दन बशमशीर दस्त चे कसमे को रामन को नम एतबार वगरना तू गोई मानी राचे
राजकार नादानम के ई मर्द रवाई पीठ दिगर हर किसी रखने आयम बगीच हरा कस के कोले कुराया दश नजत बस्तनो कुश्तनो बायादश बारंगे मगस्याख पोशामदन बायकबार गिदर खरोशामदन हरा कस जे दीवार आमद बरूं बखुर्दन यके तीर शुदगर के खूं के बेरूनी आमद कसे जा दीवार ना खुर्दंद तीरो ना गुश्तंद ख्वार जुदीदन के ना हरबी आमद बजंग चशीद यकी तीरे मन बेदरंग हम आखिर गुरेजत बजाए मुसाफ बसे खाना खुर्दंद बेरू गजाफ के अफगान दीगर भी आमद बजंग चुसैले रवा हम चुतीरो तुफंग बसे हमला कर दन बमर्दानगी हम होशगी हमसे दीवानगी बसे हमला कर दन बसे जख्म खुर्द दो कसरा बजन कुछ तो जन हमसे पुर्द के आओ ख्वाजा मरदूद साये दीवार ब मैदान न्यामत बे मर्दाने वार दरीगा अगर रुए ओ दी दमीन ब यकतीर लाचार बख्शी दमीन हम आखर बसे जख्म तीरो तुफंग दसुए बसे कुछ तो शुद्ध बेदरंग बसे बार बारीद तीरो तुफंग जमी गश्त हम चुगोले लाले रंग सरो पाई अंबुवा चंदो शुदे के मैदान पुरस गोई चोगा शुदे तरंग करे तीरो तरंगे कमा परोमी ये हाया हुआ जहां दिगर शूरशे के बरे कीने कोश समर्दाने मरता बुलू रफ्त होश ची मर्दी को नदकार जार के बच्चे खलतन आया दश बेशुमार चरागे जहाँ चूशुदा बुरका पोश है शब बरामद हमें जलवा जोश हरा कस के कौले कुरां आया दश के यज़दा बरो रहनुमा आया दश ना पीजीदा मुए ना रंजीदा तन के बीरू खुदौरद दुश्मन शिकन नादानम के इमर्द पैमा शिकन के दौलत परस्तस्त ईमा फिकन ना ईमा परस्ती ना औजाएदी ना साहिब शनासी मोहम्मद यकी हरों कस के ईमा परस्ती कुनत ना पैमा खुदश पेशो पस्ती कुनत के इमर्द राजर इतबारे नीस चे कसमे कुरां अस्त यज़दन यकी जो कसमे कुरां सद कुनत इख्तियार मरा कत्र नायद अजो एतबार अगर चे तुरा एतबार आमदे कमर बस्ताए पेशवाज आमदे के फर्जस्त पर सर तुराई सुखन के कौले खुदायत का समस्त मन अगर हजरते खुद से तादे शवत बजानो दिले कारवाज़े बुवत शुमारा के फर्जस्त कारे कुनी बमुजब नविश्ता शुमारे कुनी नविश्ता रसीदो बगुफ्तन जबान बबायत के इनकार राहत रसा हम मर्द बायत शवत सुखनवल नाशिक में दिगर दर्द आने दिगर के काजी मरा गुफ्त बेरूनयम अगर रास्ती खुद बयारी कदम तो रागर बबायदान कौले कुरान बनज़दे शुमारा रसानम हमा के तशरीफ दर कस्बा कांगर कुनद बजा पस मुलाकात बाहम शवद नजरा दरी राहे खतरा तो रासत हमें कौम बैराड हुक्मे मरासत भी आता सुखन खुद जबानी कोनम बरुए शमा मेहरबानी कोनम यके अस्ब शायस्ता है यक हजार भी आता बागिरी बमन ईदयार शहर शाहरा बंदा है चाकरम मगर हुक्म आयत बजा हाजरम अगरचे भी आयत बफरमान मन हजूरत भी आयम हमें जानो तन अगर तो बयज़दा परस्ती कुनी बकारे मरा इना सुस्ती कुनी तू बायत के यज़दा शनासी कुनी ना गुफ्ते कसों कस खराशी कुनी तू मस्तक नशी सरवरे कायनात अजबस्त इंसाफ़े हम सिफात अजबस्त इंसाफ होती परवरी के है फस्त सदे फई सरवरी के अजबस्त फतवा शुमा बजुज रास्ती सुखने गुफ्तन जिया मज़न देग
शाह जमीनो जमान रा सच्चा बादशाह खुदावंद इज्जत जमीनो जमान को नंदस्त हर कसम कीनो मकान हम पीर मोरो हम पील तन के आजिज नवाजस्त गाफिल शिकन के उरा चो इसमस्त आजिज नवाज के उबे सपासस्त उबे नेयात के उबे नगुअस्त उबे जगू के उरहनुमास्त उरहनमू के बसर तोरा कर्ज कसमे कुरान बगुफ्ता शुमाकार खूबी रसा बबायत तू दानिश परस्ती कुनी बकारे शुमा चिरे दस्ती कुनी के चू बच्चा गा खुश था चार के बाकी वो माँ दस्त पेचीदा मार चे मर्दी के अखर खामोशा कुनी के आतिश दमारा फरोजा कुनी चे खुश गुफ्त फिरदौसी ये खुश जबान शिताबी बाबदकारे अहरी मनान के बाबा रग हजरत आयम शुमा अजान रोज बाशी व शाहिद शुमा वगरना तू ही हम फरामोश कनद तोरा हम फरामोश यजदम कनद बरी कारेगर तू बबस्ती कमल खुदा बंद बाशत तोरा बहरवल के ही कारने कस्त दी परवरी जो यजदा शनासी बजा बरतरी तोरा मन्ना दानम के यजदा शनास बरामद जतू कारगा दिल खरास शनासिद हामी तू ना यजदा करीम ना ख्वाहद हामी तू बदौलत अजीम अगर सतकुरारा बखुदी कसम मरायत बारे ना यक जर्रा दम हजूरी ना आयम ना इन रशवम अगर शब ख्वाहत ना औंजो रवम खुश शाह शाहान औरंगजेब के चालाक दस्तस्त चाबक रकेब के हुस्नुल जमाल अस्तो रोशन जमीर खुदाबंद मुल्क अस्तो साहिब अमीर बतरतीब दानिश व तदबीर ते खुदाबंद देगो खुदाबंद ते के रोशन जमीर अस्त हुस्नुल जमाल खुदाबंद बख्शिंदे ए मुल्को माल के बख्शिश का बीरस्त दर जंग को मलायक सिफत चू सुरैया शको शहंशाह औरंगजेब आलमी के दाराए दौरस्त दूरस्त दी मानम कुछ तहनम को ही याबत परस्त के उबत परस्तंद मन बुत शिकस्तंद मन बुत शिकस्त बेबीन गर्दिशे बेवफा ये जमान पसे पुश्त उफ्तद रसानत जियान बेबीन कुदरते नेक यजदाने पाक के अजजक बदहलक रसानत हलाक जे दुश्मन को नद मेहरबान अस्त दोस्त के बख्शिंदगी कार बख्शिंद ओस्त रिहाई दे हो रहनुमाई दे हद ज़बा रहबा सिफ्ता शनाई दे हद खसम रचु कोरो को नद वक्ते कार यतीमा बोरू बुर्द बेज़ख्ने खार हराम कस का जोरा सत बाजी को नद रही में बारो रहम साजी को नद कसे खिदमत आयत बसे कल्बोजा खुदा बंद बख्शीद बर ओ अमा के दुश्मन बर आही लहसाजी को नद के बर ओ खुदा चार साजी को नद अगर बर यकायद हो द हजार निगहबान उरा शवद किरदगार तुरा गर नजर अस्त लश्कर वजल के मारा निगाह अस्त यजदा शुक्र के उरा गरूर अस्त बर मुल्को माल व मारा पना अस्त यजदा यकात तू गाफिल मशोई से पंजी सराए के आलम बगुजरत सरे जा बजाए बपी गर्दिशे बेवफाये जमा के पर हर बगुजरत मकीनो मका तू बाजब्र आजिज खराशी मकुन कसम रबती शहतराशी मकुन जो हक यार बाशद चे दुश्मन को नद अगर दुश्मनी राबा सत्तन को नद खसम दुश्मनी गर खजारा बुरद ना यकमुए उरा जारा बुरद खसम दुश्मनी गर खजारा बुरद ना यकमुए उरा जारा वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸੀ ਜਫਰਨਾਮਾ, ਜਿਸ ਨੂੰ ਗਾਇਨ ਕੀਤਾ ਸ੍ਰੀ ਸਤਿੰਦਰ ਸਰਤਾਜ ਜੀ ਨੇ ਪਰਸ਼ੀਅਨ ਦੇ ਵਿੱਚ। ਜਿਹੜਾ ਹੈ ਇਹਦੀ ਜਿਹੜੀ ਸਕ੍ਰਿਪਟ ਹੈ ਤੇ ਬੜਾ ਮੁਸ਼ਕਲ ਹੈ ਇਸ ਨੂੰ ਪ੍ਰੋਨਾਂਸੀਏਟ ਕਰਨਾ। ਤੇ ਇਹਦੇ ਬਾਰੇ ਥੋੜਾ ਜਿਹਾ ਮੈਂ ਦੇਖ ਰਿਹਾ ਸੀ ਸਿੱਖੀ ਵਿਕੀ ਦੇ ਉੱਤੇ। ਇਹਦੇ ਬਾਰੇ ਦੱਸਿਆ ਗਿਆ ਕਿ 111 ਵਰਸਸ ਇਹਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜੀਆਂ 34 ਵਰਸਸ ਜਿਹੜੀਆਂ ਹੈ ਉਹਨਾਂ ਦੇ ਵਿੱਚ ਗੁਰੂ ਸਾਹਿਬ ਉਸ ਪਰਮਾਤਮਾ ਦੀ ਜਿਹੜੀ ਹੈ ਪ੍ਰੇਜ਼ ਕਰਦੇ ਨੇ, ਵਡਿਆਈ ਕਰਦੇ ਨੇ, ਤੇ ਜਿਹੜੀਆਂ 32 ਨੇ ਉਹ ਔਰੰਗਜ਼ੇਬ ਦੇ ਜਿਹੜੇ ਹੈ ਉਹਦੇ ਨਾਲ ਡੀਲ ਕਰਦੀਆਂ ਨੇ। ਤੇ ਇਹਦੇ ਵਿੱਚ ਉਹਨਾਂ ਨੇ ਸਾਰਾ ਦੱਸਿਆ ਹੈ ਕਿ ਕਿਵੇਂ ਚਮਕੌਰ ਦੀ ਲੜਾਈ ਦੇ ਵਿੱਚ ਕਿੱਦਾਂ ਬੇਇਨਸਾਫੀਆਂ ਔਰੰਗਜ਼ੇਬ ਨੇ ਕੀਤੀਆਂ, ਤੇ ਜਿਹੜਾ ਉਹ ਮਾਣ ਕਰਦਾ ਕਿ ਔਰੰਗਜ਼ੇਬ ਉਹਦਾ ਨਾਂ ਹੈ, ਉਹਦੇ ਨਾਂ ਦੇ ਨਾਲ ਆਪਣੇ ਦੇ ਨਾਲ ਉਸਨੇ ਇਨਸਾਫ ਨਹੀਂ ਕੀਤਾ, ਤੇ ਉਹਦੀ ਜਿਹੜੀ ਅਸਲੀ ਜਿਹੜੀ ਹੈ ਅਸਲ ਦੇ ਵਿੱਚ ਉਹ ਕੀ ਹੈ ਉਹ ਸਤਿਗੁਰੂ ਜੀ ਨੇ ਉਹਨੂੰ ਦਰਸਾਇਆ ਹੈ। ਤੇ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਕਿਵੇਂ ਕਸਮਾਂ ਖਾ ਕੇ ਉਹਨਾਂ ਨੇ ਕਸਮਾਂ ਤੋੜੀਆਂ, ਤੇ ਕਹਿੰਦੇ ਨੇ ਕਿ ਗੁਰੂ ਮਹਾਰਾਜ ਨੇ ਉਹ ਜਿਹੜੀ ਕੁਰਾਨ ਜਿਹੜੀ ਭੇਜੀ ਸੀ ਕਸਮਾਂ ਖਾ ਕੇ, ਉਹ ਵੀ ਸਾਂਭ ਰੱਖੀ ਸੀ ਸਾਰਿਆਂ ਜੰਗਾਂ ਯੁੱਧਾਂ ਦੇ ਦਰਮਿਆਨ। ਤੇ ਇਹ ਕਿਹਾ ਜਾਂਦਾ ਹੈ ਕਿ 26 ਦਸੰਬਰ 1704 ਨੂੰ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਜੀ ਨੇ ਇਹ ਜਿਹੜਾ ਜਫਰਨਾਮਾ ਜਿਹੜੀ ਚਿੱਠੀ ਸੀ ਉਹ ਦਿੱਤੀ। ਤੇ ਇਸ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਦਾ ਜਿਹੜਾ ਹੈ ਚਿੱਠੀ ਪੱਤਰ ਔਰੰਗਜ਼ੇਬ ਦੇ ਨਾਲ ਰਿਹਾ ਹੈ, ਕਿਉਂਕਿ ਇਹਨਾਂ ਲਿਖਤਾਂ ਦੇ ਵਿੱਚ ਜ਼ਿਕਰ ਵੀ ਆਉਂਦਾ ਹੈ ਕਿ ਸਤਿਗੁਰੂ ਜੀ ਜਿਹੜੀ ਆ ਉਹ ਜਿਹੜਾ ਪੱਤਰ ਲਿਖ ਰਹੇ ਨੇ ਉਹ ਕਿਸੇ ਹੋਰ ਪੱਤਰ ਦੇ ਜਿਹੜਾ ਜਵਾਬ ਦੇ ਵਿੱਚ ਵੀ ਲਿਖ ਰਹੇ ਨੇ। ਤੇ ਆਓ ਚੱਲਦੇ ਹਾਂ, ਇਹ ਜਿਹੜਾ ਹੈ ਜਫਰਨਾਮਾ ਜਿਹੜਾ ਸਤਿੰਦਰ ਸਰਤਾਜ ਜੀ ਨੇ ਗਾਇਆ ਹੈ YouTube ਤੇ ਅਵੇਲੇਬਲ ਹੈ, ਨਾਲ ਇਸ ਦੇ ਇੰਗਲਿਸ਼ ਦੇ ਵਿੱਚ ਸਬ ਟਾਈਟਲਸ ਨੇ। ਇਸ ਨੂੰ ਪੜ੍ਹਨਾ ਤਾਂ ਥੋੜ੍ਹਾ ਔਖਾ ਹੈ, ਸੁਣਨਾ ਤੇ ਨਾਲ ਇੰਗਲਿਸ਼ ਟਰਾਂਸਲੇਸ਼ਨ ਦੇ ਨਾਲ ਅਸੀਂ ਕਾਫੀ ਕੁਝ ਸਿੱਖ ਸਕਦੇ ਹਾਂ, ਸਾਨੂੰ ਪਤਾ ਲੱਗ ਸਕਦਾ ਹੈ ਸਤਿਗੁਰੂ ਜੀ ਨੇ ਕੀ ਲਿਖਿਆ। ਤੇ ਆਓ ਚੱਲਦੇ ਹਾਂ, ਅਗਲਾ ਜਿਹੜਾ ਸ਼ਬਦ ਹੈ, ਮਾਫ ਕਰਨਾ ਗੀਤ ਹੈ, ਉਹ ਸੁਣਦੇ ਹਾਂ। ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ
ਗੁਰੂ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ। ਹਾਂਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪੁਰਖ ਜਿਹੜਾ ਹੈ ਦੱਸਿਆ ਜਾਂਦਾ ਹੈ ਕਿ ਸਾਲ 20 ਜਨਵਰੀ ਨੂੰ ਹੈ। ਤੇ ਅੱਜ ਦਾ ਪ੍ਰੋਗਰਾਮ ਤੇ ਆਉਣ ਵਾਲੇ ਕੁਝ ਕੁ ਪ੍ਰੋਗਰਾਮ ਜਿਹੜੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਿਮਾ ਜਿਤਨੀ ਅਸੀਂ ਗਾਇਨ ਕਰ ਸਕਦੇ ਹੈ ਕਰੀਏ। ਤੇ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਮਾਨਸ ਦੀ ਜਾਤ ਜਿਹੜੀ ਹੈ ਉਹਨੂੰ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਇਹੀ ਅੱਜ ਕੱਲ੍ਹ ਦੀ ਤੇ ਉਸ ਸਮੇਂ ਦੀ ਜਿਹੜੀ ਤਰਾਸਦੀ ਹੈ ਕਿ ਹਰ ਕੋਈ ਬੰਦਾ ਜਿਹੜਾ ਕਹਿੰਦਾ ਹੈ ਮੈਂ ਉੱਤੇ ਹਾਂ ਤੂੰ ਥੱਲੇ ਹੈ। ਤੇ ਸਤਿਗੁਰੂ ਜੀ ਨੇ ਸਾਨੂੰ ਜਿਹੜਾ ਉਪਦੇਸ਼ ਦਿੱਤਾ ਹੈ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਆਓ ਸੁਣਦੇ ਹਾਂ ਇਹ ਸ਼ਬਦ। मानस की जात सब एक है पहचान वो। 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 हिंदू तुर्क को राफजी इमाम शाफी। हिंदू तुर्क को राफजी इमाम शाफी। मानस की जात सब एक है पहचान वो। मानस की जात सब एक है पहचान वो। ब्रह्मचारी को जतियन मानबो। कोई ब्रह्मचारी को जतियन मानबो। मानस की जात सब एक है पहचान वो। मानस की जात सब एक है पहचान वो। करता करीम सोई राज रहीम ओई। करता करीम सोई राज रहीम ओई। दूसरों न भेद कोई भूल भरम मानबो। दूसरों न भेद कोई भूल भरम मानबो। मानस की जात सब एक है पहचान वो। मानस की जात सब एक है पहचान वो।
एक ही की सेव सब ही को गुरुदेव एक ही की सेव सब ही को गुरुदेव एक ही स्वरूप सब एक जोत जानबो एक ही स्वरूप सब एक जोत जानबो मानस की जात सब एक है पहचानबो मानस की जात सब एक है पहचानबो हिंदू तुर्क को राफजी इमाम शाफी हिंदू तुर्क को राफजी इमाम शाफी मानस की जात सब एक है पहचान वो मानस की जात सब एक है पहचान वो मानस की जात सब एक है पहचान वो मानस की जात सब के पहचान बो तेहु राम सीत सोई पूजा और निवाज होई मानस सब एक पे अनेक को परमाऊ है देवता देव जछ गंधर्व तुर्क हिंदू न्यारे न्यारे देशन को पेश को प्रभाव है मानस की जात सब एक है पहचान वो मानस की जात सब एक है पहचान वो हिंदू तुर्क को राफजी इमाम शाफी हिंदू तुर्क को राफजी इमाम शाफी मानस की जात सब एक है पहचान वो मानस की जात सब एक है पहचान वो को भयो मुंडिया सन्यासी को जोगी भयो को भयो मुंडिया सन्यासी को जोगी भयो कोई ब्रह्मचारी को जतियन मानबो कोई ब्रह्मचारी को जतियन मानबो मानस की जात सब एक है पहचान वो मानस की जात सब एक है पहचान वो हिंदू तुर्क को राफजी इमाम शाफी हिंदू तुर्क को राफजी इमाम शाफी मानस की जात सब एक है पहचान वो मानस की जात सब एक है पहचान वो मानस की
सबै एक है पहचान वो, मानस की जात सबै एक है पहचान वो। ਹਾਂਜੀ, ਪ੍ਰੋਗਰਾਮ ਦਾ ਸਮਾਂ ਖਤਮ ਹੋਣ ਨੂੰ ਹੈ, ਥੋੜਾ ਸਮਾਂ ਬਾਕੀ ਹੈ ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈ ਲੈਣੀ ਹੈ ਤੇ ਅਗਲਾ ਜਿਹੜਾ ਹੈ ਸ਼ਬਦ ਹੈ ਉਸ ਦੇ ਦੂਜੇ ਪਾਰ ਅਸੀਂ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਅਗਰ ਉਹਨਾਂ ਦਾ ਜਿਹੜਾ ਲਿੰਕ ਹੈ ਨਹੀਂ ਚੱਲਿਆ ਤਾਂ ਅਸੀਂ ਸਟੂਡੀਓ ਦੇ ਵਿੱਚੋਂ ਹੀ ਤੁਹਾਨੂੰ ਕਥਾ ਕੀਰਤਨ ਸੁਣਾਵਾਂਗੇ। ਤੇ ਇੱਥੇ ਧਿਆਨਯੋਗ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਇਸ ਨੂੰ ਬਾਅਦ ਦੇ ਵਿੱਚ YouTube ਦੇ ਉੱਤੇ ਪਾ ਦਿੰਦੇ ਹਾਂ ਤਾਂ ਕਿ ਜੇ ਕਿਸੇ ਨੇ ਮਿਸ ਕੀਤਾ ਹੈ ਜਾਂ ਹਾਫਵੇ ਸੁਣਨਾ ਸ਼ੁਰੂ ਕੀਤਾ ਹੈ ਤੇ ਉਸ ਤੋਂ ਇਹਦਾ ਲਾਭ ਹੋ ਸਕੇ, ਜਿਸ ਨੂੰ ਕਿ ਤੁਸੀਂ KRFM at 9 on Sunday ਮਤਲਬ ਕਿ KRFM ਰੇਡੀਓ ਦੇ ਉੱਤੇ ਜਿਹੜਾ ਹੈ ਔਨ ਸੰਡੇ 9 ਵਜੇ ਜਿੱਦਾਂ ਪ੍ਰੋਗਰਾਮ ਦਾ ਟਾਈਮ ਹੈ ਇਸੇ ਤਰ੍ਹਾਂ ਦਾ ਜਿਹੜਾ ਇਹ ਨਾਂ ਰੱਖਿਆ ਗਿਆ ਹੈ KRFM at 9 on Sunday। ਤੇ ਜਾਂ ਗੂਗਲ ਦੇ ਵਿੱਚ ਸਿੱਖ ਵਿਰਸਾ ਪ੍ਰੋਗਰਾਮ ਜਿਹੜਾ ਹੈ ਸਰਚ ਕਰਕੇ ਵੀ ਇਸ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਤੇ ਇੱਥੇ ਅਸੀਂ ਹੋਈਆਂ ਗਲਤੀਆਂ ਭੁੱਲਾਂ ਚੁੱਕਣ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਆਪ ਤੋਂ ਵਿਦਾਇਗੀ ਲੈਂਦੇ ਹਾਂ ਜੀ ਤੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਕੇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਕੇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਨਾਸਰੋ ਹੱਕ ਰਾਗਨ ਦੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਜੁਮਲਾ ਪੈਦੇ ਨੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਹੱਕ ਰਾਗਨ ਦੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਜੁਮਲਾ ਪੈਦੇ ਨੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਨਾਸਰੋ ਮਨਸੂਰ ਗੋਬਿੰਦ ਸਿੰਘ, ਗੋਬਿੰਦ ਸਿੰਘ ਕੇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਕੇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ। ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਕੇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੋਬਿੰਦ ਸਿੰਘ ਕੇਸ ਦੀ ਮਨਜ਼ੂਰ ਗੁਰ ਗੋਬਿੰਦ
ਪਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਪਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਤੇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਤੇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਤੇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੋਬਿੰਦ ਸਿੰਘ ਨਾਸਰੋ